थर्मिस्टर इस तरह की डिवाइस है, इट इज़ ए डिवाइस whose resistance vary rapidly with the temperature, ਜਿਹਦੀ resistance temperature ਨਾਲ rapidly vary ਕਰਦੀ ਹੈ। ਠੀਕ ਹੈ, rapidly vary ਕਰਨ ਦਾ ਇੱਥੇ ਮਤਲਬ ਕੀ ਹੈ, ਜਿਹਦਾ ਅਲਫਾ ਵੈਲਿਊ ਕੀ ਹੈ, ਬਹੁਤ ਲਾਰਜ ਹੈ। ਅਲਫਾ ਵੈਲਿਊ ਕੀ ਹੁੰਦੀ ਹੈ, ਟੈਂਪਰੇਚਰ ਕੋਫੀਸ਼ੀਐਂਟ। ਅੱਛਾ, ਜੇ ਅਲਫਾ ਪੋਜ਼ਿਟਿਵ ਹੋਊਗਾ ਤਾਂ ਵੀ ਲਾਰਜ ਹੋਊਗੀ, ਇਟ ਹੈਵ ਲਾਰਜ ਪੋਜ਼ਿਟਿਵ ਵੈਲਿਊ। ਜੇ ਅਲਫਾ ਨੈਗੇਟਿਵ ਹੋਗੀ ਤਾਂ ਵੀ ਇਹਦੀ ਵੈਲਿਊ ਕੀ ਹੋਏਗੀ, ਲਾਰਜ ਹੋਏਗੀ। ਕਿਉਂ, ਦੇਖੋ ਕਿਵੇਂ। ਅਲਫਾ ਆਪਣੇ ਡਿਫਾਈਨ ਕੀਤਾ ਸੀਗਾ ਚੇਂਜ ਇਨ ਰੈਜ਼ਿਸਟੈਂਸ ਓਵਰ ਓਰੀਜਨਲ ਰੈਜ਼ਿਸਟੈਂਸ ਇਨਟੂ ਚੇਂਜ ਇਨ ਟੈਂਪਰੇਚਰ, ਹੈ ਨਾ। ਹੁਣ ਜੇ ਤਾਂ ਸਪੋਜ਼ ਕਰੋ ਇਹ ਕੰਡਕਟਰ ਮਟੀਰੀਅਲ ਦਾ ਬਣਿਆ ਹੋਇਆ ਤਾਂ ਇਹਦੇ ਵਾਸਤੇ ਅਲਫਾ ਪੋਜ਼ਿਟਿਵ ਹੋਊਗਾ, ਅਤੇ ਇਹਦੀ ਜਿਹੜੀ R1 ਹੈ ਉਹ ਇਨੀਸ਼ੀਅਲ ਟੈਂਪਰੇਚਰ 'ਤੇ ਰੈਜ਼ਿਸਟੈਂਸ ਹੋਏਗੀ, R2 ਹੈ ਜਿਹੜੀ ਉਹ ਫਾਈਨਲ ਟੈਂਪਰੇਚਰ 'ਤੇ ਹੋਏਗੀ। ਅਤੇ ਜਦੋਂ ਆਪਾਂ ਟੈਂਪਰੇਚਰ ਵਧਾਵਾਂਗੇ, ਚਾਹੇ ਬਹੁਤ ਥੋੜ੍ਹਾ ਟੈਂਪਰੇਚਰ ਵਧਾਈਏ, ਤਾਂ ਰੈਜ਼ਿਸਟੈਂਸ ਦੇ ਵਿੱਚ ਵੇਰੀਏਸ਼ਨ ਕੀ ਹੈ, ਬਹੁਤ ਜ਼ਿਆਦਾ ਆਉਂਦੇ ਆ। ਪਰ ਡੈਫੀਨੇਸ਼ਨ 'ਚ ਇਹੀ ਕਿ ਵੈਰੀ ਰੈਪਿਡਲੀ ਵੇਰੀ ਕਰਦੀ ਹੈ। ਤਾਂ R2 ਮਾਈਨਸ R1 ਹੈ ਜਿਹੜਾ ਬਹੁਤ ਲਾਰਜ ਕੁਆਂਟਿਟੀ ਹੋ ਜਾਏਗੀ, ਵੈਰੀ ਮਚ ਗ੍ਰੇਟਰ ਦੈਨ 0 ਹੋਏਗਾ। ਤਾਂ ਕਰਕੇ ਅਲਫਾ ਵੈਲਿਊ ਕੀ ਹੋਏਗੀ, ਪੋਜ਼ੀਟਿਵ ਹੋਏਗੀ, ਬਟ ਗ੍ਰੇਟਰ ਦੈਨ ਲਾਰਜ ਪੋਜ਼ੀਟਿਵ ਵੈਲਿਊ ਹੋਏਗੀ। ਜੇ ਡਿਕਰੀਜ਼ ਵਾਲਾ ਹੋਇਆ, ਮਤਲਬ ਅਲਫਾ ਨੈਗੇਟਿਵ ਹੋਇਆ, ਤਾਂ ਵੀ R1 ਨਾਲੋਂ R2 ਘੱਟ ਤਾਂ ਹੋਏਗੀ, ਬਟ ਬਹੁਤ ਘੱਟ ਹੋਏਗੀ। ਮਤਲਬ R2 ਮਾਈਨਸ R1 ਹੈ ਜਿਹੜੀ ਉਹ ਲਾਰਜ ਨੈਗੇਟਿਵ ਵੈਲਿਊ ਹੋ ਜਾਏਗੀ। ਤਾਂ ਕਰਕੇ ਅਲਫਾ ਜੇ ਪੋਜ਼ੀਟਿਵ ਹੋਊਗਾ ਤਾਂ ਲਾਰਜ ਵੈਲਿਊ ਹੋਏਗੀ, ਜੇ ਨੈਗੇਟਿਵ ਹੋਊਗਾ ਤਾਂ ਵੀ ਅਲਫਾ ਦੀ ਵੈਲਿਊ ਕੀ ਹੋਏਗੀ, ਬਹੁਤ ਜ਼ਿਆਦਾ ਲਾਰਜ ਹੋਏਗੀ। ਠੀਕ ਹੈ ਜੀ। ਜਿਹੜਾ ਥਰਮਿਸਟਰ ਹੈ ਯੂਜ਼ ਕਿੱਥੇ ਕਿੱਥੇ ਹੁੰਦਾ, ਇਹਦਾ ਪਹਿਲਾ ਯੂਜ਼ ਕੀ ਹੈ, ਇਟ ਯੂਜ਼ਡ in some industries to detect the variation of resistance, or we can say the temperature। देखो ये एक है जो डिवाइस है जिसकी टैंपरेचर रजिस्टेंस वेरी कर जाती है ना। ये सपोज करो रजिस्टेंस वेरी होना शुरू होगी तो टैंपरेचर ਵੀ ਵੇਰੀ ਹੋਣਾ ਸ਼ੁਰੂ ਹੋ ਜੂ, ਮਤਲਬ ਇਹੀ ਹੋ ਗਿਆ। ਤਾਂ ਉਹ ਟੈਂਪਰੇਚਰ ਕੰਟਰੋਲ ਯੂਨਿਟ ਦੇ ਵਿੱਚ ਇਹਦੀ ਲੋੜ ਪੈਂਦੀ ਹੈ, ਜਿੱਥੇ ਆਪਾਂ ਨੂੰ ਇਹ ਨਾ ਹੋ ਕਿ ਟੈਂਪਰੇਚਰ ਇੰਨੇ ਜ਼ਿਆਦਾ ਹੋ ਜਾਏ ਕਿ ਉੱਥੇ ਕੋਈ ਫਾਇਰ ਵਗੈਰਾ ਹੋਣ ਦਾ ਡਰ ਲੱਗਦਾ ਰਹੇ, ਹੈ ਨਾ, ਉੱਥੇ ਯੂਜ਼ ਕਰਦੇ ਹਾਂ। ਇਟ ਯੂਜ਼ਡ ਇਨ ਪ੍ਰੋਟੈਕਸ਼ਨ ਆਫ ਵਾਈਂਡਿੰਗਸ, ਜਿਹੜੀ ਕੋਇਲਿੰਗ ਕੀਤੀ ਹੁੰਦੀ ਹੈ, ਆਫ ਜਨਰੇਟਰ, ट्रांसफार्मर और मोटर्स एंड मोटर्स। ट्रांसफार्मर, जनरेटर ते मोटर जिथे कोयलिंग की होंगी है उन्होंने ਦੇ ਵਿੱਚ ਇਹਦੀ ਲੋੜ ਪੈਂਦੀ ਹੈ, ਤਾਂ ਕਿ ਇਹਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਟੈਂਪਰੇਚਰ ਨਾਲ ਵੇਰੀ ਕਰ ਜਾਂਦੀ ਹੈ, ਤੇ ਉਹ ਵੇਰੀਏਸ਼ਨ ਨਾਲ ਇੰਨੀ ਜ਼ਿਆਦਾ ਹੀਟ 'ਚ ਕਨਵਰਟ ਨਾ ਹੋਵੇ, ਤਾਂ ਕਿ ਆਪਣੇ ਜਿਹੜੇ ਡਿਵਾਈਸਿਸ ਨੇ ਉਹ ਕੀ ਹੈ, ਖਰਾਬ ਹੋਣ ਤੋਂ ਬਚ ਜਾਣ। ਥਰਡ ਯੂਜ਼ ਹੈ ਜਿਹੜਾ, ਇੱਕ ਯੂਜ਼ ਹੈ use as safeguard in TV tubes। ਜਿਹੜੇ ਟੈਲੀਵਿਜ਼ਨ ਦੇ ਟਿਊਬਸ ਹੁੰਦੇ ਆ ਉਹਦੇ ਵਿੱਚ ਉਹਨੂੰ ਸੇਫਟੀ ਕਿ ਜ਼ਿਆਦਾ ਹੀਟਿੰਗ ਨਾ ਜਨਰੇਟ ਹੋ ਜਾਏ, ਉਹਨੂੰ ਹੀਟਿੰਗ ਮਤਲਬ ਉਹਦੀ ਉਸ ਹੀਟਿੰਗ ਕਰਕੇ ਖਰਾਬ ਹੋਣ ਤੋਂ ਬਚਾਉਂਦੀ ਹੈ ਉਹਨੂੰ ਨਾ। ਫੋਰਥ ਯੂਜ਼ ਕੀ ਇਹਦੇ ਵਿੱਚ ਇਹਦਾ, ਇਟ ਇਜ਼ ਯੂਜ਼ਡ ਇਨ ਵੋਲਟੇਜ ਸਟੇਬਲਾਈਜ਼ਰ, ਯੂਜ਼ਡ ਇਨ वोल्टेज स्टेबलाइजर या स्टेबलाइजेशन, वोल्टेज स्टेबलाइजेशन भी की ਇਹਦਾ ਬਹੁਤ ਵੱਡਾ ਰੋਲ ਹੈ। ਠੀਕ ਹੈ ਜੀ, ਆਹ ਕੁਛ ਕਿਹਦੇ ਯੂਜ਼ਸ ਨੇ। ਨੈਕਸਟ ਜਿਹੜਾ ਟੌਪਿਕ ਹੈ ਦੈਟ ਇਜ਼ ਸੁਪਰ ਕੰਡਕਟਰ ਕੰਡਕਟਿਵਿਟੀ। ਠੀਕ ਹੈ ਜੀ, ਆਪਾਂ ਪ੍ਰੀਵੀਅਸ ਟੌਪਿਕ ਦੇ ਵਿੱਚ ਪੜ੍ਹਿਆ ਸੀ ਕਿ ਜਿਹੜੀ ਰੈਜ਼ਿਸਟੈਂਸ ਐਂਡ ਟੈਂਪਰੇਚਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ। ਠੀਕ ਹੈ ਜੀ, ਹੁਣ ਜੇ ਰੈਜ਼ਿਸਟੈਂਸ ਵਧੂਗੀ ਤਾਂ ਟੈਂਪਰੇਚਰ ਵਧੂ, ਜੇ ਟੈਂਪਰੇਚਰ ਵਧੂਗਾ ਤਾਂ ਰੈਜ਼ਿਸਟੈਂਸ ਵਧੂਗੀ, ਬਟ ਜੇ ਟੈਂਪਰੇਚਰ ਆਪਾਂ ਘਟਾਵਾਂਗੇ ਤਾਂ ਰੈਜ਼ਿਸਟੈਂਸ ਡਿਕਰੀਜ਼ ਵੀ ਹੋਊਗੀ। ਕੁਝ ਕੁ ਮੈਟਲਸ ਨੇ ਜਾਂ ਕੁਝ ਅਲੋਇਜ਼ ਨੇ, ਜਦੋਂ ਉਹਦਾ ਟੈਂਪਰੇਚਰ ਆਪਾਂ ਘਟਾਉਂਦੇ ਰਹਿੰਦੇ ਤਾਂ ਇੱਕ ਪਰਟੀਕੂਲਰ ਟੈਂਪਰੇਚਰ 'ਤੇ ਜਾ ਕੇ ਉਹਦੀ ਰੈਜ਼ਿਸਟੈਂਸ ਬਿਲਕੁਲ ਕੀ ਹੋ ਜਾਂਦੀ ਹੈ, ਜ਼ੀਰੋ ਹੋ ਜਾਂਦੀ ਹੈ। ਉਹ ਆਪਾਂ ਨੂੰ ਪਤਾ ਹੈ ਟੈਂਪਰੇਚਰ ਅਤੇ ਰੈਜ਼ਿਸਟੈਂਸ ਡਾਇਰੈਕਟਲੀ ਪ੍ਰੋਪੋਰਸ਼ਨਲ ਨੇ। ਜੇ ਟੈਂਪਰੇਚਰ ਡਿਕਰੀਜ਼ ਕਰਾਂਗੇ ਕਿਸੇ ਵੀ ਕੁਝ ਮਟੀਰੀਅਲ ਦਾ, ਰੈਜ਼ਿਸਟੈਂਸ ਵੀ ਕੀ ਹੈ,
ਹੁਣ ਡਿਕਰੀਜ਼ ਹੁੰਦੀ ਰਹੂਗੀ, ਇੱਕ ਪਾਰਟੀਕਲ ਟੈਂਪਰੇਚਰ ਤੇ ਜਾ ਕੇ ਉਹਦੀ ਰੈਜ਼ਿਸਟੈਂਸ ਬਿਲਕੁਲ ਕੀ ਹੋ ਜਾਊਗੀ, ਜ਼ੀਰੋ। ਐਟ ਦੈਟ ਟੈਂਪਰੇਚਰ ਦ ਮਟੀਰੀਅਲ ਇਜ਼ ਸੈਟ ਟੂ ਬੀ ਸੁਪਰ ਕੰਡਕਟਰਸ। जो किसी मटीरियल की रेजिस्टेंस की हो जाए बिल्कुल जीरो हो जाए तो उदों आप मटीरियल की कहांगे, सुपर कंडक्टर्स कहांगे। तो ਜਿਹੜੇ ਟੈਂਪਰੇਚਰ ਤੇ ਜਾ ਕੇ ਉਹ ਸੁਪਰ ਕੰਡਕਟਰ ਬਣ ਜਾਂਦਾ ਉਸ ਟੈਂਪਰੇਚਰ ਨੂੰ ਕੀ ਕਹਾਂਗੇ ਆਪਾਂ, ਕ੍ਰਿਟੀਕਲ ਟੈਂਪਰੇਚਰ ਜਾਂ ट्रांजिशन ਟੈਂਪਰੇਚਰ। ठीक है जी, ਜਿਹੜੇ ਟੈਂਪਰੇਚਰ ਤੇ ਜਾ ਕੇ ਕੋਈ ਜਿਹੜਾ ਮਟੀਰੀਅਲ ਹੈ ਉਹ ਕੰਡਕਟਰ ਤੋਂ ਕਾਚ ਕਨਵਰਟ ਹੋ ਜਾਏ, ਸੁਪਰ ਕੰਡਕਟਰ ਦੇ ਵਿੱਚ ਹੋ ਜਾਏ, ਉਸ ਟੈਂਪਰੇਚਰ ਨੂੰ ਆਪਾਂ ਕੀ ਕਹਿੰਦੇ ਆ, ट्रांजिशन ਟੈਂਪਰੇਚਰ ਜਾਂ क्रिटिकल टैंपरेचर। फॉर एग्जाम्पल डिफाइन किमें करांगे, सर्टन मैटल और अलॉय लूजेस देयर रेजिस्टेंस कंप्लीटली एट सर्टेन टेम्परेचर। ठीक है, मरकरी की एग्जाम्पल ले लिया मैं। मरकरी वास्ते जो ट्रांजिशन टैंपरेचर है वो 4.2 कैलविन होंगे, मतलब 4.2 कैलविन दे जाके जी मरकरी की रेजिस्टेंस है की हो जाती है बिल्कुल जीरो हो जाती है, तो वो की बन जाता है, सुपर कंडक्टर बन जाता है। ठीक है जी, मैं तो ग्राफ की गल करनी है, कुछ ग्राफ इस तरह बने हुए हैं, इधर टेंपरेचर है, इधर तो रेजिस्टेंस है, टैंपरेचर घटी गया, रेजिस्टेंस घटी गया, तो एक 4.2 कैलविन आ गया इतने आके, 4.2 कैलविन दे जाके रेजिस्टेंस वो बिल्कुल की होगी, जीरो होगी। तो 4.2 कैलविन दे जाके जो मरकरी है इट बिहेव लाइक अ सुपर कंडक्टर्स। ठीक है जी, ये कुछ एप्लीकेशंस ने ये कितने यूज़ करते हैं, एक तो टू मेक इलैक्ट्रोमैगनेट बनाना हो तो भी आप सुपर कंडक्टर यूज़ कर सकते हैं। इन हाई पार्टिकल फिजिक्स नैनो साइंस की गल करिए, हाई पार्टिकल फिजिक्स की गल करिए, उत्थे भी आप सुपर कंडक्टर के लिए ज़्यादा प्रैफर करते हैं। वैरी हाई स्पीड कंप्यूटर बनाने हो, सुपर कंप्यूटर कहने अपन, उत्थे भी की वरतते हैं, सुपर कंडक्टर यूज़ करते हैं। इन द ट्रांसमिशन ऑफ इलैक्ट्रिक पावर को ट्रांसमिट करना हो एक जगह तो दूसरी जगह, तो भी आप मटीरियल यूज़ करना प्रैफर करते हैं, सुपर कंडक्टर। फिर तुम कहोगे सर ये तो भी बहुत ज़्यादा यूज़ है ना, ये तो बहुत ज़्यादा वधिया ने क्योंकि इनकी रेजिस्टेंस बिल्कुल जीरो है, फिर उन्होंने आप वायर्स क्यों नहीं यूज़ करते इन द कम्यूनीकेशन, इन द ट्रांसमिशन ऑफ इलैक्ट्रिक एनर्जी, इलैक्ट्रिक करंट, ये तो नहीं यूज़ करते क्योंकि इन्हों मेनटेन करने लिए टैंपरेचर बहुत घट, इन्हों जो सुपर कंडक्टर बनाने टैंपरेचर उन्होंने बहुत घटाना पैंदा है, तो रूम टैंपरेचर से कह ऑर्डर की कंडीशन के इन्ना लो टैंपरेचर मेनटेन करना डिफिकल्ट है ना। हुण 4.2 कैलविन आलमोस्ट -268 पॉइंट समथिंग टैंपरेचर हो गया ना, डिग्री सैल्सीयस, 268 डिग्री सैल्सीयस कह लो, तो इन्ना टैंपरेचर रूम टैंपरेचर से इन्ना लो टैंपरेचर मेनटेन करना औखा, तां करके सुपर कंडक्टर मटीरियल ने वो ज़्यादा यूज़ नहीं करते इन द ट्रांसमिशन ऑफ इलैक्ट्रिक एनर्जीज।